ਦਿਆਲੂ ਵਿਅਕਤੀ ਮਨੁੱਖ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਦਿਆਲੂ ਵਿਅਕਤੀ ਦਿਆਲੂ ਭਾਵਨਾ, ਹਮਦਰਦੀ ਦੀ ਭਾਵਨਾ, ਖਿਮਾ ਦੀ ਭਾਵਨਾ, ਦੂਸਰੇ ਸ਼ਬਦਾਂ ਦੇ ਵਿੱਚ ਦੂਜਿਆਂ ਦੇ ਭਲੇ ਵਾਸਤੇ ਕੰਮ ਆਉਣਾ, ਦੂਜਿਆਂ ਦੇ ਕੰਮ ਆਉਣਾ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਾਂ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਆਉਂਦੇ ਹਨ ਜਦੋਂ ਕਿਤੇ ਨਾ ਕਿਤੇ ਮਨੁੱਖ ਨੂੰ ਦੂਸਰੇ ਮਨੁੱਖ ਦੀ ਲੋੜ ਪੈਂਦੀ ਹੈ, ਸਾਨੂੰ ਉਸ ਦੀ ਸਹਾਇਤਾ ਕਰਨੀ ਪੈਂਦੀ ਹੈ। ਪੰਜਾਬ ਹਿੰਦੁਸਤਾਨ ਦਾ, ਭਾਰਤ ਭਰ ਦਾ ਇੱਕੋ ਇੱਕ ਅਜਿਹਾ ਸੂਬਾ ਬਣ ਗਿਆ ਹੈ ਜਿਸ ਦੇ ਸਰਕਾਰੀ ਸਕੂਲਾਂ ਦੇ ਵਿੱਚ ਨੈਤਿਕ ਸਿੱਖਿਆ ਨੂੰ ਬੱਚਿਆਂ ਦੀ ਸਿੱਖਿਆ ਦੇ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਦਾ ਖੂਬਸੂਰਤ ਇੱਕ ਹਿੱਸਾ ਬਣਾ ਦਿੱਤਾ ਗਿਆ ਹੈ। ਇਸ ਰੋਲ ਪਲੇ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਔਰ ਤਿੰਨੇ ਜਿਹੜੀਆਂ ਰੋਲ ਪਲੇ ਦੀਆਂ ਤਿੰਨੇ ਝਾਕੀਆਂ ਹਨ, ਪਹਿਲੀ ਝਾਕੀ, ਦੂਸਰੀ ਝਾਕੀ, ਤੀਸਰੀ ਝਾਕੀ ਬੜੀਆਂ ਇੰਟਰਸਟਿੰਗ ਹਨ, ਬੜੇ ਥੋੜੇ ਸਮੇਂ ਦੀਆਂ ਹਨ। ਸੋ ਆਓ ਦਿਆਲੂ ਵਿਅਕਤੀ ਦੇ ਨਾਲ ਸੰਬੰਧਿਤ ਜਿਹੜਾ ਇਹ ਰੋਲ ਪਲੇ ਹੈ, ਇਹਦੀ ਪਹਿਲੀ ਝਾਕੀ ਜਿਹੜੀ ਆ ਉਹਦੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਦਿਆਲੂ ਵਿਅਕਤੀ ਨੂੰ ਆਪਣੇ ਵਿੱਚ ਕਿਵੇਂ ਅਰਜਿਤ ਕਰਨਗੇ ਤੇ ਬਾਕੀ ਵਿਦਿਆਰਥੀਆਂ ਨੂੰ ਉਹ ਆਪਣੀ ਪੇਸ਼ਕਾਰੀ ਦੇ ਨਾਲ ਕਿਸ ਤਰ੍ਹਾਂ ਨੈਤਿਕ ਸਿੱਖਿਆ ਦਾ, ਦਿਆਲੂ ਵਿਅਕਤੀ ਦਾ ਮੁੱਲ ਵਿਧਾਨ ਜਿਹੜਾ ਹੈ ਉਹ ਕਿਵੇਂ ਦੱਸਣਗੇ, ਇਹ ਆਪਾਂ ਇਸ ਪਹਿਲੀ ਝਾਕੀ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਅੱਜ ਸਵੇਰੇ ਅੰਮ੍ਰਿਤ ਬਿੰਦਰ ਪੜਨ ਸਕੂਲੇ ਆਉਂਦੇ ਸੀ, ਆਓ ਵੇਖੀਏ ਰਸਤੇ ਦੇ ਵਿੱਚ ਕੰਮ ਉਹਨਾਂ ਨੇ ਕੀਤੇ ਕੀ। ਅੱਜ ਸਵੇਰੇ ਅੰਮ੍ਰਿਤ ਬਿੰਦਰ ਪੜਨ ਸਕੂਲੇ ਆਉਂਦੇ ਸੀ, ਆਓ ਵੇਖੀਏ ਰਸਤੇ ਦੇ ਵਿੱਚ ਕੰਮ ਉਹਨਾਂ ਨੇ ਕੀਤੇ ਕੀ। ਕੰਮ ਉਹਨਾਂ ਨੇ ਕੀਤੇ ਕੀ, ਕੰਮ ਉਹਨਾਂ ਨੇ ਕੀਤੇ ਕੀ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਰੁਕ ਅਮਰਤ, ਤੂੰ ਕਦੋਂ ਦਾ ਭਲੇ ਵਾਲੇ ਕੰਮ ਕਰਨੇ ਸ਼ੁਰੂ ਕਰਤੇ? ਯਾਰ ਮੇਰੀ ਦਾਦੀ ਨੇ ਮੈਨੂੰ ਇੱਕ ਰਾਤੀ ਕਹਾਣੀ ਦੱਸੀ ਸੀ, ਉਹ ਕਹਿੰਦੇ ਸੀ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ। ਤੂੰ ਚੰਗੇ ਕੰਮ ਮੇਰੇ ਤੋਂ ਹੀ ਕਰਨੇ ਸ਼ੁਰੂ ਕਰਦੇ ਅੱਜ? ਯਾਰ ਮੈਂ ਕੀ ਚੰਗੇ ਕੰਮ ਕਰ ਸਕਦਾ ਆ? ਤੂੰ ਮੈਨੂੰ, ਮੈਂ ਗਰੀਬ ਘਰ ਤੋਂ ਆ, ਤੂੰ ਮੈਨੂੰ ਸਾਈਕਲ ਤੇ ਲੈ ਜਾਇਆ ਕਰ ਸਕੂਲ ਨੂੰ। ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਤੂੰ ਬੈਠ ਮੇਰੇ ਸਾਈਕਲ ਤੇ ਕੈਰੀਅਰ ਤੇ। ਧੰਨਵਾਦ ਅਮਰਤ। ਯਾਰ ਇਹ ਕੋਈ ਧੰਨਵਾਦ ਵਾਲੀ ਗੱਲ ਨਹੀਂ ਹੈਗੀ, ਇਹ ਤਾਂ ਮੇਰਾ ਫਰਜ਼ ਆ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਕਰ ਭਲਾ ਚੱਕ ਦੇ। ਮੈਂ ਤੈਨੂੰ ਕਈ ਵਾਰ ਕਿਹਾ ਸਾਈਕਲ ਹੌਲੀ ਚਲਾਇਆ ਕਰ, ਤੂੰ ਘੋੜੇ ਤੇ ਸਵਾਰ ਰਹਿਣਾ ਹਰੇਕ ਵੇਲੇ। ਸਖਤ ਨਹੀਂ ਲੱਗੀ ਤੇਰੇ? ਨਹੀਂ ਠੀਕ ਆ ਨਾ? ਕੱਪੜੇ ਜਾ ਚੱਲ, ਕੋਈ ਨਹੀਂ, ਹੌਲੀ ਚਲਾਇਆ ਕਰ। ਕੋਈ ਨਹੀਂ ਭਾਜੀ, ਅੱਗੇ ਤੋਂ ਹੌਲੀ ਚਲਾਇਆ ਕਰਾਂਗੇ। ਧੰਨਵਾਦ ਭਾਜੀ ਤੁਹਾਡਾ। ਹੌਲੀ ਚਲਾਇਆ ਕਰ। ਕੋਈ ਨਹੀਂ, ਅੱਗੇ ਤੋਂ ਹੌਲੀ ਚਲਾਇਆ ਕਰਾਂਗੇ ਭਾਜੀ। ਠੀਕ ਹੈ, ਕਾਲੀ ਨਹੀਂ ਕਰਨੀ ਕਦੀ ਵੀ। ਕਾਲੀ ਨਹੀਂ ਕਰਨੀ। ਠੀਕ ਹੈ ਭਾਜੀ। ਆ ਲੈ ਆਪਣਾ ਆਹ ਸਾਈਕਲ। ਧੰਨਵਾਦ ਭਾਜੀ ਤੁਹਾਡਾ ਚੱਕਣ ਦਾ। ਅਸੀਂ ਇਸ ਪਹਿਲੀ ਝਾਕੀ ਵਿੱਚ ਵੇਖਿਆ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਆਪਣੇ ਸਹਿਪਾਠੀਆਂ ਦੀ ਜੇ ਕਿਧਰੇ ਜ਼ਰੂਰਤ ਪੈਂਦੀ ਹੈ ਤੇ ਉਹ ਇੱਕ ਉਸ ਬੱਚੇ ਦੀ ਸਹਾਇਤਾ ਆਪਣੇ ਸਾਈਕਲ ਦੇ ਉੱਤੇ ਬਿਠਾ ਕੇ ਜਾਂ ਰੋਜ਼ ਲਿਆ ਕੇ ਸਹਾਇਤਾ ਕਰਦਾ ਹੈ, ਆਪਣੀ ਦਿਆਲਤਾ ਦਿਖਾਉਂਦਾ ਹੈ, ਆਪਣੀ ਹਮਦਰਦੀ ਦਿਖਾਉਂਦਾ ਹੈ। ਜਿਸ ਬੱਚੇ ਕੋਲ, ਗਰੀਬ ਬੱਚੇ ਕੋਲ ਸਾਈਕਲ ਦੀ ਸੁਵਿਧਾ ਨਹੀਂ ਹੁੰਦੀ, ਇਹ ਇੱਕ ਦੂਸਰੇ ਦੇ ਕੰਮ ਆਉਣ ਦੀ ਜਿਹੜੀ ਪ੍ਰਵਿਰਤੀ ਹੈ ਉਸ ਨੂੰ, ਦਿਆਲੂ ਪ੍ਰਵਿਰਤੀ ਨੂੰ ਜਿਹੜਾ ਹੈ ਉਹ ਉਜਾਗਰ ਕਰਦਾ ਹੈ। ਇਸੇ ਤਰ੍ਹਾਂ ਇਸੇ ਪਹਿਲੀ ਝਾਕੀ 'ਚ ਤੁਸੀਂ ਦੇਖਿਆ ਕਿ ਇੱਕ ਬੱਚਾ ਥੋੜਾ ਤੇਜ਼ ਸਾਈਕਲ ਚਲਾ ਕੇ ਆ ਰਿਹਾ ਹੈ ਤੇ ਉਹ ਉਹਨਾਂ ਨੂੰ ਕ੍ਰਾਸ ਕਰਦਾ ਹੋਇਆ, ਉਹਨਾਂ ਨੂੰ ਪਾਸ ਕਰਦਾ ਹੋਇਆ ਅਚਨਚੇਤ ਉਹ ਡਿੱਗ ਪੈਂਦਾ ਹੈ। ਤੇ ਇੱਥੇ ਸਾਡਾ ਮਨੁੱਖੀ ਫਰਜ਼ ਬਣ ਜਾਂਦਾ ਹੈ ਕਿ ਆਪਾਂ ਕਿਸੇ ਡਿੱਗਦੇ ਹੋਏ ਮੁਸਾਫਰ ਨੂੰ, ਮਨੁੱਖ ਨੂੰ ਜੇ ਉਹਦੇ ਸੱਟ ਚੋਟ ਨਾ ਲੱਗੇ ਤੇ ਆਪਾਂ ਯਕਦਮ ਉਹਦੀ ਸੁਰੱਖਿਆ ਲਈ
ਉਹਦੇ ਭਲੇ ਵਾਸਤੇ ਆਪਾਂ ਉਹਨੂੰ ਪਠਾਉਣਾ ਸਾਡਾ ਇਹ ਮਨੁੱਖੀ ਸਾਡਾ ਫਰਜ਼ ਬਣਦਾ ਹੈ। ਦੂਸਰੀ ਝਾਕੀ ਤੁਹਾਡੇ ਲਈ ਹਾਜ਼ਰ ਹੈ ਤੇ ਇਸ ਦੇ ਨਾਲ ਸਾਡਾ ਸੂਤਰਧਾਰ ਕੀ ਕਹਿੰਦਾ ਆ ਉਹਦੀ ਵੀ ਗੱਲ ਸੁਣੀਏ। ਆਓ ਦੂਸਰੀ ਝਾਕੀ ਵੱਲ ਤੁਰੀਏ। ਦੋ ਭਲੇ ਦੇ ਕਾਰਜ ਕਰਕੇ ਅੰਮ੍ਰਿਤ ਬਿੰਦਰ ਆਏ ਸਕੂਲੇ। ਜਰਾ ਦਿਮਾਗ ਲਗਾ ਕੇ ਸੋਚੋ ਮੈਡਮ ਜੀ ਨੂੰ ਕੀ ਬੋਲੇ। ਦੋ ਭਲੇ ਦੇ ਕਾਰਜ ਕਰਕੇ ਅੰਮ੍ਰਿਤ ਬਿੰਦਰ ਆਏ ਸਕੂਲੇ। ਜਰਾ ਦਿਮਾਗ ਲਗਾ ਕੇ ਸੋਚੋ ਮੈਡਮ ਜੀ ਨੂੰ ਕੀ ਬੋਲੇ। ਅੰਤ ਭਲੇ ਦਾ ਹੈ ਭਲਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਗੁੱਡ ਮਾਰਨਿੰਗ ਬੈਨ। ਲੈ ਮੈਡਮ ਜੀ ਫਾਈਲਾਂ ਸਾਨੂੰ ਫੜਾ ਦਿਓ। ਮੈਡਮ ਜੀ ਕੋਈ ਨਹੀਂ, ਸਾਡੇ ਦਾਦੀ ਸਾਡੀ ਮੈਡਮ ਜੀ ਫੜਾ ਦਿਓ ਫਾਈਲਾਂ ਸਾਨੂੰ ਫੜਾ ਦਿਓ। ਕੋਈ ਗੱਲ ਨਹੀਂ ਬੇਟੇ, ਮੈਂ ਮੈਡਮ ਜੀ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਮਦਦ ਕਰਨੀ ਚਾਹੀਦੀ ਹੈ, ਸਾਨੂੰ ਸੀਸਾਂ ਮਿਲਦੀਆਂ। ਓਕੇ ਬੇਟਾ, ਵੈਰੀ ਗੁੱਡ, ਬਹੁਤ ਵਧੀਆ। ਮੈਡਮ ਜੀ ਉੱਪਰ ਪਰਸ ਫੜਾ ਦੋ, ਮੈਂ ਰੱਖਿਆ ਹੁਣ। ਨਹੀਂ ਬੇਟਾ ਥੈਂਕ ਯੂ, ਕੋਈ ਗੱਲ ਨਹੀਂ, ਮੈਂ ਰੱਖਾਂਗੀ। ਸਾਡੀ ਕਿਤਾਬਾਂ ਮੈਂ ਰੱਖਿਆ ਨਾ, ਕੋਈ ਨਹੀਂ ਜੀ ਰੱਖਿਆ ਨਹੀਂ। ਉਹ ਉਧਰ ਮੈਂ ਦਫ਼ਤਰ 'ਚ ਨਾ ਮੈਡਮ ਕੋ ਰੱਖਿਓਗੇ। ਠੀਕ ਹੈ ਜੀ। ਥੈਂਕ ਯੂ ਬੇਟਾ, ਸ਼ਾਬਾਸ਼। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਮੈਡਮ ਜੀ ਆ ਫਾਈਲਾਂ ਭੇਜੀਆਂ ਸੀ ਗੁਰਬਖਸ਼ ਕੌਰ ਮੈਡਮ ਨੇ ਤੁਹਾਡੇ ਲਈ। ਅੰਦਰ ਰੱਖੋ ਬੇਟਾ, ਕੋਈ ਨਹੀਂ ਮੈਡਮ। ਅੰਦਰ। ਹਾਂਜੀ ਬੇਟਾ, ਅੰਦਰ ਰੱਖ ਦਿਓ। God bless ਬੇਟਾ, God bless you ਬੇਟਾ, God bless। ਬਹੁਤ ਵਧੀਆ ਬੇਟੇ, ਤੁਹਾਡੇ ਵਿੱਚ ਮੋਰਲ ਵੈਲਿਊਜ਼ ਆ। ਸਾਡੇ ਸਕੂਲ ਨੂੰ ਤੁਹਾਡੇ ਤੇ ਮਾਣ ਹੈ। ਇੰਨੇ ਅੱਛੇ ਬੱਚੇ ਹੈਗੇ ਆ ਜਿਨ੍ਹਾਂ ਦੇ ਵਿੱਚ ਨੈਤਿਕ ਸਿੱਖਿਆ ਇੰਨੀ ਵਧੀਆ ਢੰਗ ਦੇ ਨਾਲ ਭਰੀ ਹੋਈ ਆ। ਬੇਟੇ ਤੁਸੀਂ ਸਕੂਲ ਦੇ ਨਾਲ ਨਾਲ ਆਪਣੇ ਘਰਾਂ ਦੇ ਵਿੱਚ ਵੀ ਇਹੋ ਜਿਹਾ ਹੀ ਦਿਖਾਉਣਾ ਆ। ਅਸੀਂ ਇਸ ਦੂਸਰੀ ਝਾਕੀ ਦੇ ਵਿੱਚ ਦਿਆਲੂ ਬਿਰਤੀ ਨੂੰ ਸਾਬਤ ਕਰਦੇ ਹੋਏ, ਪ੍ਰਮਾਣਿਤ ਕਰਦੇ ਹੋਏ ਜੋ ਦ੍ਰਿਸ਼ ਵੇਖਿਆ ਹੈ, ਇੱਕ ਐਕਟੀਵਿਟੀ ਦੇਖੀ ਹੈ, ਉਹਦੇ ਵਿੱਚ ਸਾਡੇ ਵਿਦਿਆਰਥੀ ਇੱਕ ਮਸਤੀ ਦੇ ਵਿੱਚ ਇਹ ਤੁਕਾਂ ਵੀ ਉਚਾਰਨ ਕਰ ਰਹੇ ਹਨ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਹੈ ਭਲਾ। ਔਰ ਇਹਦੇ ਨਾਲ ਹੀ ਜਦੋਂ ਉਹ ਕੈਂਪਸ ਵਿੱਚ ਦਾਖਲ ਹੁੰਦੇ ਹਨ, ਉਸੇ ਵੇਲੇ ਅਧਿਆਪਕ ਸਾਹਿਬਾਨ ਉੱਥੇ ਖੜੇ ਹਨ। ਉਹਨਾਂ ਕੁਝ ਸਕੂਲ ਦੀਆਂ ਕਿਤਾਬਾਂ ਹਨ, ਕੁਝ ਫਾਈਲਾਂ ਉਹਨੀ ਫੜੀਆਂ ਹੋਈਆਂ ਹਨ ਤੇ ਇਹਨਾਂ ਵਿਦਿਆਰਥੀਆਂ ਦੇ ਦਿਮਾਗ 'ਚ ਆਉਂਦਾ ਹੈ ਆਪਾਂ ਇੱਕ ਦੂਸਰੇ ਦੇ ਸਾਨੂੰ ਕੰਮ ਆਉਣਾ ਚਾਹੀਦਾ। ਛੋਟਿਆਂ ਦੇ ਕੰਮ ਵੀ ਆਉਣਾ ਚਾਹੀਦਾ, ਆਪਣੇ ਹਮ ਉਮਰ ਦੇ ਕੰਮ ਵੀ ਆਉਣਾ ਚਾਹੀਦਾ ਤੇ ਵੱਡਿਆਂ ਦੀ ਵੀ ਸਤਿਕਾਰਪੂਰਵਕ ਉਹਨਾਂ ਦੀ ਜਿੰਨੀ ਕੁ ਹੋ ਸਕਦੀ ਹੈ ਸਾਨੂੰ ਮਦਦ ਜਾਂ ਉਹਨਾਂ ਦਾ ਹੱਥ ਵਟਾਉਣਾ ਚਾਹੀਦਾ ਹੈ। ਆਓ ਸੂਤਰਧਾਰ ਤੋਂ ਇਹਨਾਂ ਦੀ ਪ੍ਰਸ਼ੰਸਾ ਵੀ ਸੁਣੀਏ ਤੇ ਆਪਾਂ ਇਸ ਰੋਲ ਪਲੇ ਦਾ ਆਨੰਦ ਵੀ ਮਾਣੀਏ। ਦੋ ਕੁੜੀਆਂ ਨੇ ਹਰਮਨ ਕੋਮਲ, ਪੜ੍ਹਾਈ ਖੂਬ ਤਾਂ ਕਰਦੀਆਂ ਨੇ। ਆਓ ਵੇਖੀਏ ਵਿੱਚ ਸਕੂਲੇ ਭਲੇ ਕੰਮ ਕੀ ਕਰਦੀਆਂ ਨੇ। ਦੋ ਕੁੜੀਆਂ ਨੇ ਹਰਮਨ ਕੋਮਲ, ਪੜ੍ਹਾਈ ਖੂਬ ਤਾਂ ਕਰਦੀਆਂ ਨੇ। ਆਓ ਵੇਖੀਏ ਵਿੱਚ ਸਕੂਲੇ ਭਲੇ ਕੰਮ ਕੀ ਕਰਦੀਆਂ ਨੇ, ਭਲੇ ਕੰਮ ਕੀ ਕਰਦੀਆਂ ਨੇ। ਜੀ ਪਿਆਰੇ ਬੱਚਿਓ, ਤੁਹਾਡਾ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਾਂਜੀ ਠੀਕ ਆ। ਪਿਆਰੇ ਬੱਚਿਓ, ਅੱਜ ਆਪਾਂ ਪੜ੍ਹਾਈ ਵੀ ਕਰਨੀ ਆ। ਉਸ ਤੋਂ ਪਹਿਲਾਂ ਅਸੀਂ 10 ਮਿੰਟ ਆਪਣੀਆਂ ਫੀਸਾਂ ਆਪਾਂ ਇਕੱਠੀਆਂ ਕਰ ਲੈਂਦੇ ਹਾਂ। ਸੋ ਹਰਮਨ ਬੇਟੇ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਲਿਆਓ ਆਪਣੀ ਫੀਸ।
ਲਓ ਸਰ ਜੀ ਮੇਰੀ ਫੀਸ। ਚਲੋ ਸ਼ਾਬਾਸ਼ ਬੇਟੇ। ਹਰਮਨ ਨੂੰ ਤੈਨੂੰ ਬਕਾਇਆ ਮੈਂ ਬਾਅਦ ਵਿੱਚ ਜਮ੍ਹਾਂ ਕਰਵਾਉਣਾ। ਠੀਕ ਹੈ। ਓਕੇ ਬੇਟੇ। ਹਾਂਜੀ ਹੋਰ ਬੱਚੇ? ਹਾਂ ਕੋਮਲ ਬੇਟੇ ਲਿਆਓ ਤੁਸੀਂ ਵੀ ਆਪਣੀ ਫੀਸ। ਸਰ ਜੀ ਲਓ ਮੇਰੀ ਫੀਸ। ਸ਼ਾਬਾਸ਼। ਚਲੋ ਤੈਨੂੰ ਵੀ ਹੁਣ ਪੁੱਤਰ ਬਾਕੀ ਫੀਸ ਇਕੱਠੀ ਕਰਕੇ ਬਕਾਇਆ ਤੈਨੂੰ ਬੇਟੇ ਵਾਪਸ ਕਰਨਾ ਹੈ। ਠੀਕ ਆ? ਓਕੇ ਵੈਰੀ ਗੁੱਡ ਬੇਟੇ ਸ਼ਾਬਾਸ਼। ਹਾਂਜੀ ਹਾਂ ਦੀਪੀ ਉੱਠੋ ਬੇਟੇ ਤੁਸੀਂ ਵੀ ਆਪਣੀ ਫੀਸ ਲੈ ਆਓ। ਸਰ ਜੀ ਮੈਂ ਫੀਸ ਨਹੀਂ ਲਿਆਂਦੀ। ਸਰ ਜੀ ਮੈਂ ਫੀਸ ਨਹੀਂ ਲਿਆਂਦੀ। ਅੱਛਾ ਦੀਪੀ ਤੂੰ ਤਾਂ ਬੜੀ ਪੜ੍ਹਨ ਵਾਲੀ ਗੁੱਡੀ ਆ, ਫੀਸ ਕਿਉਂ ਨਹੀਂ ਲੈਂਦੀ? ਅੱਜ ਕੀ ਗੱਲ ਹੋਈ? ਸਰ ਜੀ ਤੁਹਾਨੂੰ ਪਤਾ ਮੇਰੇ ਪਾਪਾ ਬਿਮਾਰ ਰਹਿੰਦੇ ਆ ਤੇ ਇਸ ਲਈ ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲੀ। ਮੈਂ ਤੁਹਾਨੂੰ ਅਗਲੇ ਮਹੀਨੇ ਫੀਸ ਲਿਆ ਦਾਂਗੀ। ਨਹੀਂ ਬੇਟੇ ਤੂੰ ਪੜ੍ਹਨ ਵਾਲੀ ਗੁੱਡੀ ਆ, ਇਸ ਕਰਕੇ ਕੋਈ ਨਹੀਂ ਬੇਟੇ ਤੇਰੀ ਫੀਸ ਮੈਂ ਆਪਣੇ ਕੋਲੋਂ ਦੇ ਦਿੰਦਾ। ਤੂੰ ਆਪਣਾ ਮਨ ਲਗਾ ਕੇ ਸਕੂਲ ਦੇ ਵਿੱਚ ਪੜ੍ਹਾਈ ਕਰਨੀ ਆ। ਸਰ ਜੀ ਦੀਪੀ ਦੀ ਫੀਸ ਮੇਰੀ ਫੀਸ ਵਿੱਚੋਂ ਕੱਟ ਲਿਓ। ਇਹਦੇ ਪਾਪਾ ਨਾ ਦਿਹਾੜੀ ਕਰਦੇ ਆ ਤਾਂ ਫਿਰ ਇਹਨਾਂ ਤੇ ਧਿਆਨ ਹੁੰਦੀ, ਇਸ ਲਈ ਮੇਰੇ ਵਿੱਚੋਂ ਕੱਟ ਲਿਓ। ਮੇਰੇ ਪਾਪਾ ਕਹਿੰਦੇ ਆ ਕਿ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ। ਠੀਕ ਹੈ। ਦੇਖਿਆ ਪਿਆਰੇ ਬੱਚਿਓ ਤੁਹਾਡੇ ਸਕੂਲ ਦੇ ਵਿੱਚ ਹਰਮਨ ਵਰਗੀ ਇੱਕ ਦਿਆਲੂ ਕੁੜੀ ਆ ਜਿਹਦੇ ਘਰਦਿਆਂ ਨੇ ਜਾਂ ਜਿਹਦੇ ਵਿੱਚ ਇਹ ਸੰਸਕਾਰ ਹੈਗਾ ਕਿ ਆਪਾਂ ਆਪਣੇ ਸਾਥੀਆਂ ਦੀ ਸਹਾਇਤਾ ਕਰਨੀ ਆ। ਸ਼ਾਬਾਸ਼ ਬੇਟੇ ਤੇਰੀ ਫੀਸ ਤੋਂ ਮੈਂ ਦੀਪੀ ਤੇਰੀ ਫੀਸ ਮੈਂ ਕੱਟ ਲਵਾਂਗਾ। ਠੀਕ ਹੈ? ਹਾਂਜੀ ਬਈ ਮੁੰਡਿਓ ਤੁਸੀਂ ਵੀ ਉੱਤੇ ਬੈਠੇ ਆ। ਹਾਂਜੀ ਰਾਮ ਪ੍ਰਸਾਦ ਲਿਆ ਆਪਣੀ ਫੀਸ ਲਈ। ਸਰ ਜੀ ਮੈਨੂੰ ਫੀਸ ਲਿਆਉਂਦਾ ਜੀ ਚੇਤੇ ਭੁੱਲ ਗਿਆ ਜੀ। ਅੱਛਾ ਰਾਮ ਪ੍ਰਸਾਦ ਤੈਨੂੰ ਚੇਤਾ ਭੁੱਲ ਗਿਆ ਫੀਸ ਦਾ, ਜਾਂ ਫਿਰ ਤੂੰ ਉਹੀ ਅੱਜ ਵੀ ਕੋਈ ਬਹਾਨਾ ਮਾਰ ਲਿਆ? ਸਰ ਜੀ ਮੇਰੇ ਪਿਤਾ ਜੀ ਨੇ ਜੀ ਦਿਹਾੜੀ ਕੀਤੀ ਸੀ, ਉੱਥੋਂ ਪੈਸੇ ਨਹੀਂ ਮਿਲੇ, ਕਹਿੰਦੇ ਜਦੋਂ ਮਿਲ ਜੂਗਾ ਕਿ ਮੈਂ ਤੁਹਾਡੀ ਫੀਸ ਤਾਰ ਦੂੰਗਾ ਜੀ। ਬੇਟੇ ਠੀਕ ਆ ਕੋਈ ਨਹੀਂ, ਤੂੰ ਆਪਣੀ ਪੜ੍ਹਾਈ ਦੇ ਵਿੱਚ ਖਿਆਲ ਰੱਖਣਾ ਤੇ ਤੂੰ ਪੜ੍ਹਨ ਵਾਲਾ ਬੱਚਾ ਹੈ, ਕੋਈ ਗੱਲ ਨਹੀਂ। ਮੈਂ ਤੈਨੂੰ ਆਪਣੇ ਕੋਲ ਤੇ ਮੈਂ ਫੀਸ ਜਿਹੜੀ ਆ ਉਹ ਪੇ ਕਰ ਦੂੰਗਾ। ਠੀਕ ਆ? ਸਰ ਜੀ ਰਾਮ ਪ੍ਰਸਾਦ ਦੀ ਫੀਸ ਮੈਂ ਤਾਰ ਦਊਂਗੀ। ਅੱਛਾ ਬੇਟੇ। ਹਾਂਜੀ ਸਰ ਜੀ ਇਹ ਸਾਡੇ ਨਾ ਨਾਨਕਿਆਂ ਦੇ, ਇਹ ਆਪਣੇ ਨਾਨਕਿਆਂ ਦੇ ਰਹਿੰਦਾ ਆ। ਇਹ ਨਾ ਸਾਡੇ ਮਹੱਲੇ ਵਿੱਚ ਰਹਿੰਦਾ। ਇਹਦੇ ਨਾਨਾ ਨਾਨੀ ਕੋਲ ਕੋਈ ਰੋਜ਼ਗਾਰ ਵੀ ਨਹੀਂ ਹੈਗਾ ਤੇ ਇਸ ਕਰਕੇ ਇਹਨੇ ਨਾਨਾ ਨਾਨੀ ਕੋਲ ਜ਼ੋਰ ਗਿਆ। ਇਸ ਕਰਕੇ ਜਿਹੜੀ ਮੈਂ ਫੀਸ ਤੁਹਾਨੂੰ ਦਿੱਤੀ ਆ ਨਾ, ਇਹ ਤੁਸੀਂ ਨਾ ਮੇਰੇ ਵਿੱਚੋਂ ਕੱਟ ਦਿਓ। ਅਸੀਂ ਦਿਆਲੂ ਬਿਰਤੀ ਚੈਪਟਰ ਉਸ ਦੀ ਤੀਸਰੀ ਝਾਕੀ ਰੋਲ ਪਲੇ ਦੇ ਰੂਪ 'ਚ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਔਰ ਇਹਦੇ ਵਿੱਚ ਤੁਸੀਂ ਇਹ ਵੇਖਿਆ ਹੈ ਕਿ ਕਲਾਸ ਦੇ ਵਿੱਚ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਕਿ ਬੱਚਿਆਂ ਦੇ ਕੋਲ ਫੀਸ ਦੇਣ ਲਈ ਪੈਸੇ ਨਹੀਂ ਹੁੰਦੇ ਜਾਂ ਘੱਟ ਹੁੰਦੇ ਆ, ਕੁਝ ਘਰੇਲੂ ਆਰਥਿਕ ਹਾਲਾਤਾਂ ਕਰਕੇ। ਉਹ ਇਹੋ ਜਿਹੀ ਸਥਿਤੀ ਦੇ ਵਿੱਚ ਸਾਡੇ ਵਿਦਿਆਰਥੀਆਂ ਦਾ ਫਰਜ਼ ਬਣ ਜਾਂਦਾ ਹੈ, ਜਿਨ੍ਹਾਂ ਦੇ ਕੋਲ ਕੁਝ ਸਮਰੱਥਾ ਹੁੰਦੀ ਹੈ ਤੇ ਉਹਨਾਂ ਵਿੱਚ ਜੇ ਦਿਆਲੂ ਬਿਰਤੀ ਵੀ ਹੈ, ਹਮਦਰਦੀ ਦੀ ਭਾਵਨਾ ਵੀ ਹੈ, ਕਿਸੇ ਦੇ ਕੰਮ ਆਉਣ ਦਾ ਇੱਕ ਨੈਤਿਕ ਸਿੱਖਿਆ ਦਾ ਗੁਣ ਵੀ ਹੈ, ਤਾਂ ਉਹ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਕੰਮ ਆ ਸਕਦਾ ਹੈ। ਜਿਸ ਤਰ੍ਹਾਂ ਸਾਡੀਆਂ ਇਹਨਾਂ ਵਿਦਿਆਰਥਣਾਂ ਨੇ ਉਹਨਾਂ ਬੱਚਿਆਂ ਦੀ ਫੀਸ ਅਦਾ ਕਰਕੇ, ਚਾਹੇ ਉਹਨੇ ਪੂਰੀ ਕੀਤੀ ਹੈ ਜਾਂ ਅੱਧੀ ਕੀਤੀ ਹੈ, ਤੇ ਉਹਨਾਂ ਨੇ ਇੱਕ ਆਪਣਾ ਕਿਰਦਾਰ, ਨੈਤਿਕ ਸਿੱਖਿਆ ਵਾਲਾ, ਨੈਤਿਕ ਗੁਣਾਂ ਵਾਲਾ ਕਿਰਦਾਰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕੁਝ ਇਸ ਰੋਲ ਪਲੇ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਹਨ, ਕੁਝ ਵਿਵਹਾਰਕ ਕਾਰਜ ਹਨ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ। ਸਵਾਗਤ ਜ਼ਿੰਦਗੀ ਦੇ ਚੈਪਟਰ ਦਿਆਲੂ ਬਿਰਤੀ ਦੀ ਪ੍ਰਸ਼ਨਾਵਲੀ ਅਤੇ ਵਿਹਾਰਕ ਕਾਰਜ ਅਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹਾਂ। ਊੜਾ ਪ੍ਰਸ਼ਨਾਵਲੀ। ਪਹਿਲੀ ਝਾਕੀ ਤੋਂ ਸਾਨੂੰ ਜੀਵਨ ਦੀਆਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ?
ਦੂਸਰਾ ਪ੍ਰਸ਼ਨ, ਅੰਮ੍ਰਿਤ ਕਿਹੜੀ ਤੁਕ ਵਾਰ-ਵਾਰ ਦੁਹਰਾਉਂਦਾ ਹੈ? ਇਸ ਦਾ ਭਾਵ ਅਰਥ ਕੀ ਹੈ? ਦੂਜੀ ਝਾਕੀ ਵਿੱਚ ਅੰਮ੍ਰਿਤ ਅਤੇ ਬਿੰਦਰ ਮੈਡਮਾਂ ਦੀ ਕਿਹੜੀ ਸਹਾਇਤਾ ਕਰਦੇ ਹਨ? ਤੀਜੀ ਝਾਕੀ ਵਿੱਚ ਪੇਸ਼ ਹੋਏ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਤੋਂ ਸਾਨੂੰ ਕਿਹੜੀ ਨੈਤਿਕ ਸਿੱਖਿਆ ਦੀ ਜੋ ਪ੍ਰੇਰਨਾ ਮਿਲਦੀ ਹੈ? ਪਹਿਲੇ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਹੋਵੇਗਾ ਕਿ ਪਹਿਲੀ ਝਾਕੀ ਤੋਂ ਸਾਨੂੰ ਜੀਵਨ ਦੀ ਜਿਹੜੀ ਕਦਰ ਕੀਮਤ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ ਉਹ ਹੈ ਦਿਆਲੂ ਬਿਰਤੀ ਦੀ, ਹਮਦਰਦੀ ਦੀ ਭਾਵਨਾ ਦੀ, ਆਪਣੇ ਹਮ ਉਮਰ ਆਪਣੇ ਸਹਿਪਾਠੀਆਂ ਦੀ ਵਕਤ ਵੇਲੇ ਮੁਸੀਬਤ ਵੇਲੇ ਉਸ ਦੀ ਸਹਾਇਤਾ ਕਰਨ ਦੀ ਕਦਰ ਕੀਮਤ ਜਿਹੜੀ ਆ ਉਸ ਨੂੰ ਧਾਰਨ ਕਰਨ ਦੀ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਹੈ। ਅੰਮ੍ਰਿਤ ਕਿਹੜੀ ਤੁਕ ਵਾਰ-ਵਾਰ ਦੁਹਰਾਉਂਦਾ ਹੈ? ਉਹ ਸਭ ਨੂੰ ਚੇਤੇ ਹੋ ਗਈ ਹੋਵੇਗੀ। ਕਰ ਭਲਾ ਹੋ ਭਲਾ ਅੰਤ ਭਲੇ ਦਾ ਹੈ ਭਲਾ। ਇਸ ਤੁਕ ਦਾ ਭਾਵ ਅਰਥ ਇਹ ਹੈ ਕਿ ਜੇਕਰ ਅਸੀਂ ਦੂਸਰੇ ਦਾ ਭਲਾ ਕਰਦੇ ਹਾਂ ਤੇ ਇਸ ਦੇ ਨਾਲ ਆਪਣਾ ਹੀ ਭਲਾ ਹੁੰਦਾ ਹੈ। ਦੂਸਰੀ ਝਾਕੀ ਵਿੱਚ ਅੰਮ੍ਰਿਤ ਅਤੇ ਬਿੰਦਰ ਮੈਡਮਾਂ ਦੀ ਸਹਾਇਤਾ ਜੋ ਕਰਦੇ ਹਨ, ਤੁਸੀਂ ਵੇਖਿਆ ਹੈ ਕਿ ਮੈਡਮਾਂ ਦੇ ਕੋਲ ਜੋ ਸਕੂਲ ਦੀਆਂ ਫਾਈਲਾਂ ਹਨ, ਅਧਿਆਪਕਾਂ ਦੇ ਕੋਲ ਜੋ ਸਕੂਲ ਦੀਆਂ ਬੁੱਕਸ ਹਨ, ਕਿਤਾਬਾਂ ਹਨ, ਉਹਨਾਂ ਦੇ ਕੋਲੋਂ ਉਹ ਫਾਈਲਾਂ ਅਤੇ ਜਿਹੜੀ ਕਿਤਾਬਾਂ ਹਨ, ਪੁਸਤਕਾਂ ਹਨ ਸਕੂਲ ਦੀਆਂ, ਉਹ ਅਧਿਆਪਕ ਕੋਲੋਂ ਪਕੜ ਕੇ ਅਤੇ ਉਹ ਪ੍ਰਿੰਸੀਪਲ ਮੈਡਮ ਜੀ ਕੋਲ ਲੈ ਕੇ ਜਾਂਦੇ ਹਨ। ਤੀਜੀ ਝਾਕੀ ਦੇ ਵਿੱਚ ਆਪਸੀ ਸਹਿਯੋਗ ਦੀ ਸਾਨੂੰ ਬੜੀ ਵੱਡੀ ਇੱਕ ਉਦਾਹਰਨ ਮਿਲਦੀ। ਸਕੂਲਾਂ ਦੇ ਵਿੱਚ ਅਕਸਰ ਕਈ ਵਾਰ ਕੁਛ ਵਿਦਿਆਰਥੀ ਇਸ ਤਰ੍ਹਾਂ ਦੇ ਵੀ ਅੱਛੇ ਪੜ੍ਹਨ ਵਾਲੇ ਹੁੰਦੇ ਹਨ, ਪਰੰਤੂ ਘਰ ਦੀ ਆਰਥਿਕ ਹਾਲਤ ਪੇਤਲੀ ਹੋਣ ਕਾਰਨ ਜਾਂ ਕਹਿ ਸਕਦੇ ਹਾਂ ਗਰੀਬੀ ਹੋਣ ਕਾਰਨ ਜਾਂ ਕੁਝ ਹੋਰ ਹਾਲਾਤਾਂ ਕਾਰਨ ਕਿਸੇ ਤਰ੍ਹਾਂ ਆਰਥਿਕ ਤੰਗੀ ਵੀ ਹੋ ਸਕਦੀ ਹੈ, ਤਾਂ ਕੁਝ ਇੱਕ ਬੱਚਿਆਂ ਨੂੰ ਇਸ ਤਰ੍ਹਾਂ ਦੀ ਹਲਕੀ ਫੁਲਕੀ ਜਾਂ ਫੀਸ ਦੇ ਦੇਣ ਦੀ ਇੱਕ ਜੇ ਮਦਦ ਮਿਲ ਜਾਵੇ, ਵਿਦਿਆਰਥੀਆਂ ਇਹਨਾਂ ਕੋਲੋਂ ਹੀ ਜੇ ਸ਼ੁਰੂ ਹੋ ਜਾਵੇ ਤਾਂ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਸਕੂਲ ਦੀ ਵੀ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ, ਕਿਉਂਕਿ ਇੱਦਾਂ ਦੇ ਆਪਸੀ ਸਹਿਯੋਗ ਦੇ ਨਾਲ ਅਸੀਂ ਦੂਜਿਆਂ ਦੀ ਸਹਾਇਤਾ ਕਰਨ ਦੀ ਇੱਕ ਬਹੁਤ ਵੱਡੀ ਨੈਤਿਕ ਕਦਰ ਕੀਮਤ ਜਿਹੜੀ ਹੈ, ਦੂਸਰੇ ਸ਼ਬਦਾਂ 'ਚ ਨੈਤਿਕ ਸਿੱਖਿਆ ਜਿਹੜੀ ਹੈ, ਉਸ ਨੂੰ ਆਪਣੇ ਸੁਭਾਅ ਦਾ ਅੰਗ ਬਣਾ ਲੈਂਦੇ ਹਾਂ। ਦਿਆਲੂ ਬਿਰਤੀ ਚੈਪਟਰ ਦੇ ਵਿਹਾਰਕ ਕਾਰਜਾਂ ਬਾਰੇ ਵੀ ਅਧਿਆਪਕ ਸਾਹਿਬਾਨ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਲੀਆਂ ਹਨ। ਅਧਿਆਪਕ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਅੱਧੀ ਛੁੱਟੀ ਵੇਲੇ ਇਕੱਠਿਆਂ ਰਲ ਬੈਠ ਕੇ ਖਾਣਾ ਖਾਣ ਬਾਰੇ ਕਹਿਣਾ ਚਾਹੀਦਾ ਹੈ ਅਤੇ ਇਸ ਕਿਰਿਆ ਨੂੰ ਵਿੱਚ ਵਿਚਾਲੇ ਦੇਖਣਾ ਵੀ ਚਾਹੀਦਾ ਹੈ। ਇਸੇ ਤਰ੍ਹਾਂ ਇਸ ਚੈਪਟਰ ਵਿੱਚੋਂ ਦਿਆਲੂ ਬਿਰਤੀ ਵਾਲੇ ਪਾਤਰਾਂ ਦੇ ਆਪਾਂ ਨਾਂ ਉਗਣਵੇਂ ਰੰਗਾਂ ਵਿੱਚ ਲਿਖਵਾ ਕੇ ਅਤੇ ਉਹਨਾਂ ਨੂੰ ਦਿਆਲੂ ਬਿਰਤੀ ਨੂੰ ਦਰਸਾਉਂਦਾ ਹੋਇਆ ਇੱਕ ਬੜਾ ਖੂਬਸੂਰਤ ਚਾਰਟ ਵੀ ਬੱਚਿਆਂ ਕੋਲੋਂ ਬਣਵਾ ਸਕਦੇ ਹਾਂ। ਇਸੇ ਪ੍ਰਕਾਰ ਸਕੂਲ ਦੇ ਵਿਦਿਆਰਥੀਆਂ ਵੱਲੋਂ, ਕਲਾਸ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਮਾਜ ਵਿੱਚ, ਚੌਗਿਰਦੇ ਵਿੱਚ ਦਿਆਲੂ ਸੁਭਾਅ ਨਾਲ ਕਿਸੇ ਦੀ ਜੀ ਉਹਨਾਂ ਵੱਲੋਂ ਕੋਈ ਸਹਾਇਤਾ ਕੀਤੀ ਗਈ ਹੋਵੇ, ਉਹਨਾਂ ਨੇ ਕੋਈ ਭਲੇ ਦਾ ਕਾਰਜ ਕੀਤਾ ਹੋਵੇ, ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਕੀਤੀ ਕੋਈ ਸਹਾਇਤਾ ਦਾ ਉਹਨਾਂ ਦੇ ਕੋਲ ਕੋਈ ਯਾਦ ਹੋਵੇ ਜਾਂ ਉਹਨਾਂ ਕੋਲ ਕੋਈ ਇੱਦਾਂ ਦਾ ਕੋਈ ਜਾਣਕਾਰੀ ਹੋਵੇ, ਗਿਆਨ ਹੋਵੇ, ਤਾਂ ਉਹਨਾਂ ਕੋਲੋਂ ਆਪਾਂ ਇੱਕ ਲਿਖਤ ਲਿਖਵਾ ਸਕਦੇ ਹਾਂ। ਇਹ ਚੈਪਟਰ ਦਿਆਲੂ ਬਿਰਤੀ ਵਾਲਾ ਚੈਪਟਰ ਤੁਸੀਂ 3 ਝਾਕੀਆਂ ਦੇ ਵਿੱਚ ਇੱਕ ਰੋਲ ਪਲੇ ਦੇ ਰੂਪ ਦੇ ਵਿੱਚ ਤੁਸੀਂ ਵੇਖਿਆ ਹੈ। ਆਓ ਸਾਰੇ ਰਲ ਕੇ ਸਿੱਖਿਆ ਵਿਭਾਗ ਦੇ ਇਸ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਕਿਰਿਆਵਾਂ ਪਹਿਲੀ ਸ਼੍ਰੇਣੀ ਤੋਂ ਲੈ ਕੇ 12ਵੀਂ ਸ਼੍ਰੇਣੀ ਤੱਕ ਦੇ ਸਾਰੇ ਜਿੰਨੇ ਚੈਪਟਰ ਹਨ, ਆਪਾਂ ਉਹਨਾਂ ਸਾਰਿਆਂ ਦਾ ਭਰਪੂਰ ਆਨੰਦ ਮਾਣੀਏ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਸਬਜ਼ੀ ਮੰਡੀ ਚੰਗੀ, ਪਤਾ ਨਹੀਂ ਕੀ ਬਣਨਾ, ਦੁਕਾਨ ਤੇ ਵੀ ਸਮਾਨ ਨਹੀਂ ਹੈਗਾ। ਭਾਜੀ ਰੁਕਿਓ, ਲੈ ਜਾਓ ਕਿੱਥੇ? ਭਾਈ ਸਕੂਲੇ। ਵੀਰੇ ਮੈਨੂੰ ਲੈ ਜਾਓ, ਮੈਂ ਕਾਲਜ ਜਾਣਾ, ਮੇਰਾ ਪੇਪਰ ਆ। ਓ ਯਾਰ ਤੂੰ ਮੈਨੂੰ ਬੈਂਕ ਤੱਕ ਸਾਡਾ। ਭਾਜੀ ਛੱਡੋ ਉਹਨਾਂ, ਤੁਸੀਂ ਮੈਨੂੰ ਬਾਜ਼ਾਰ ਤੱਕ ਛੱਡ ਆਓ। ਓ ਯਾਰ ਤੂੰ ਮੈਨੂੰ ਬੈਂਕ ਤੱਕ ਲੈ ਜਾ। ਇੱਕ ਮਿੰਟ ਬੀਬੀ ਜੀ, ਤੁਸੀਂ ਕਿੱਥੇ ਜਾਣਾ? ਪੁੱਤ ਮੈਂ ਬਾਜ਼ਾਰ ਜਾਣਾ ਦਵਾਈ ਲੈਣ।
ਉਹ ਯਾਰ ਤੂੰ ਮੈਨੂੰ ਬੈਂਕ ਤੱਕ ਛੱਡ ਯਾਰ। ਭਾਜੀ ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਮੈਨੂੰ ਬਾਜ਼ਾਰ ਓ ਯਾਰ ਤੂੰ ਬੈਂਕ ਤੱਕ ਛੱਡ ਲੈ ਦੇ ਮੈਨੂੰ ਯਾਰ ਛੱਡੋ। ਭਾਜੀ ਮੈਨੂੰ ਇੱਥੋਂ ਕੁਛ ਓਏ ਇੱਕ ਮਿੰਟ ਖੜ ਜਾਓ ਯਾਰ। ਦਿਮਾਗ ਖਰਾਬ ਕੀਤਾ ਪਿਆ ਇਹਨਾਂ ਨੇ। ਹੁਣ ਸਾਰਿਆਂ ਨੂੰ ਕਿੱਦਾਂ ਇਕੱਠੇ ਲੈ ਜਾਵਾਂ? ਇਹਨਾਂ ਦਾ ਬਾਜ਼ਾਰ ਜਾਣਾ ਵੀ ਜ਼ਰੂਰੀ ਹੈ ਤੇ ਬਾਬੇ ਦਾ ਬੈਂਕ ਜਾਣਾ ਵੀ। ਤੇ ਸਾਹਮਣੇ ਬੱਚੇ ਆ ਦੋ, ਸਕੂਲ ਤੇ ਕਾਲਜ ਉਹ ਵੀ ਜ਼ਰੂਰੀ ਹੈ। ਪਰ ਮੈਨੂੰ ਲੱਗਦਾ ਬੀਬੀ ਨੂੰ ਜ਼ਿਆਦਾ ਜ਼ਰੂਰਤ ਹੈ। ਸਿਹਤ ਵੀ ਠੀਕ ਜਿਹੀ ਨਹੀਂ ਲੱਗਦੀ ਤੇ ਥੈਲਾ ਵੀ ਭਾਰਾ ਤੇ ਉੱਤੋਂ ਗਰਮੀ ਵੀ ਬਹੁਤ ਹੈ। ਇਹਨਾਂ ਨੂੰ ਲੈ ਚੱਲਦਾ। ਲਿਆਓ ਬੀਬੀ ਦਿਓ ਥੈਲਾ। ਆਓ ਲੈ ਚੱਲਦਾ ਤੁਹਾਨੂੰ। ਧਿਆਨ ਨਾਲ ਪੁੱਤ। बेशक अजे गरीबी ए मेरा साइकिल मेरा सहारा ए मार पैडल ते चढ़ जावां बस इस तो ही मेरा गुजारा है। दिल सी मैं सब नू ले जावां बस इहो ही हुण मैं सोच रहा लोड़वंद दी मदद करा दिल मेरा भी ए लोच रहा दिल मेरा भी ए। साइकिल कहंदे गरीब दी सवारी है पर ਇਹ ਸੋਚ ਬਦਲਣ ਦੀ ਲੋੜ ਹੈ। ਮੈਂ ਸਮਝਦਾ ਕਿ ਸਾਈਕਲ ਦੇ ਵਿੱਚ ਵੀ ਬਹੁਤ ਅਮੀਰੀ ਹੈ। ਤੁਸੀਂ ਦੇਖਿਆ ਕਿ ਸਾਈਕਲ ਸਵਾਰ ਕਿਵੇਂ 4-5 ਰਾਹਗੀਰਾਂ ਦੇ ਵਿੱਚੋਂ ਸਭ ਤੋਂ ਵੱਧ ਲੋੜਵੰਦ ਬੁੱਢੀ ਤੀਵੀਂ ਬਜ਼ੁਰਗ ਔਰਤ ਨੂੰ ਆਪਣਾ ਸਮਝ ਕੇ ਉਸ ਦੀ ਮਦਦ ਕਰਦਾ ਹੈ। ਚਾਹੁੰਦਾ ਤੇ ਸੀ ਕਿ ਸਾਰਿਆਂ ਦੀ ਮਦਦ ਹੋਵੇ ਪਰ ਉਸ ਦੀ ਬੇਵਸੀ ਸੀ। ਇਹ ਵੀ ਹੋ ਸਕਦਾ ਹੈ ਕਿ ਅਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋਈਏ ਪਰ ਕਿਤੇ ਨਾ ਕਿਤੇ ਸਾਡੀ ਬੇਵਸੀ ਉਸ ਵਿੱਚ ਰੁਕਾਵਟ ਬਣਦੀ ਹੋਵੇ। ਪਰੰਤੂ ਭਾਵਨਾ ਸਾਡੀ ਜ਼ਰੂਰ ਇਸ ਪੱਧਰ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਇਨਸਾਨੀਅਤ ਦਾ ਮਾਤਾ ਜਾਗਦਾ ਰਹੇ, ਸਾਡੇ ਵਿੱਚੋਂ ਮਾਨਵੀ ਸਾਂਝ ਦਾ ਮਾਤਾ ਜਾਗਦਾ ਰਹੇ। ਸਮਾਜ ਦੇ ਵਿੱਚ ਆਪਣਾ ਖੂਬਸੂਰਤ ਜੀਵਨ ਬਿਤਾਉਣ ਦੇ ਲਈ, ਹੰਡਾਉਣ ਦੇ ਲਈ, ਮਾਨਣ ਦੇ ਲਈ ਇਹ ਜੋ ਜ਼ਿੰਦਗੀ ਦਾ ਪੱਖ ਬਹੁਤ ਅਹਿਮ ਹੈ। ਤੁਹਾਡੇ ਨਾਲ ਮੈਂ 2 ਸਥਿਤੀਆਂ ਸਾਂਝੀਆਂ ਕਰਨ ਲੱਗਾ। ਇਹ ਸਾਡੀ ਸਥਿਤੀ ਹੈ ਔਰ ਇਸ ਸਥਿਤੀ ਦੇ ਵਿੱਚ ਅਸੀਂ ਜੋ ਸਾਡੇ ਸਾਹਮਣੇ ਹਾਲਾਤ ਹਨ, ਜੋ ਸਥਿਤੀ ਅੱਗੇ ਪੇਸ਼ ਆਉਣੀ ਹੈ, ਉਸ ਨੂੰ ਅਸੀਂ ਸਮਝਣਾ ਹੈ ਕਿ ਸਾਈਕਲ ਦਾ ਸਫ਼ਰ ਹੈ। ਗਰਮੀ ਬਹੁਤ ਜ਼ਿਆਦਾ ਹੈ, ਤੁਸੀਂ ਮੰਨ ਲੈਣਾ ਹੈ ਕਿ ਗਰਮੀ 'ਚ ਸਾਈਕਲ ਦਾ ਸਫ਼ਰ ਕਰ ਰਹੇ ਹੋ ਔਰ ਤੁਸੀਂ ਕਰ ਰਹੇ ਹੋ। ਵਾਧੂ ਸੀਟ ਸਿਰਫ ਇੱਕ ਹੈ, ਸਮੇਂ ਸਿਰ ਮੁੜਨਾ ਵੀ ਲਾਜ਼ਮੀ ਹੈ। ਰਸਤੇ 'ਚ ਖਲੋਤੇ ਹੋਏ 5 ਰਾਹਗੀਰ ਬਿਠਾਉਣੇ ਹਨ ਔਰ 5 ਦੇ ਵਿੱਚ ਤੁਸੀਂ 5 ਨਹੀਂ ਬਿਠਾ ਸਕਦੇ। ਉਹ ਤੁਹਾਨੂੰ ਆਪਣੀ ਸੀਟ ਤੇ ਬਿਠਾਉਣ ਦੇ ਲਈ ਰੋਕਦੇ ਹਨ, ਮਦਦ ਕਰਨ ਦੇ ਲਈ ਪੁਕਾਰਦੇ ਹਨ, ਪਰੰਤੂ ਮਦਦ ਤੁਸੀਂ ਇੱਕ ਦੀ ਕਰ ਸਕਦੇ ਹੋ। ਉਹਨਾਂ 5 ਦੇ ਵਿੱਚ ਕੌਣ-ਕੌਣ ਹਨ? ਇੱਕ ਹੈ ਮੁਟਿਆਰ, ਦੂਸਰਾ ਹੈ ਨੌਜਵਾਨ ਔਰ ਤੀਸਰਾ ਅਧਖੜ ਉਮਰ ਦਾ ਆਦਮੀ, ਚੌਥਾ ਵਿਆਹੀ ਔਰਤ, ਪੰਜਵਾਂ ਗਰੀਬ ਬੁੱਢੀ ਤੀਵੀਂ। ਹੁਣ ਇਹ ਅਸੀਂ ਦੇਖਦੇ ਹਾਂ ਆਪਣੀ ਅੱਖ ਦੇ ਨਾਲ ਜਦੋਂ ਅਸੀਂ ਸਾਈਕਲ ਤੇ ਜਾ ਰਹੇ ਹਾਂ। ਇਸ ਸਥਿਤੀ ਨੂੰ ਸਮਝਣਾ ਹੈ, ਮਹਿਸੂਸ ਕਰਨਾ ਹੈ ਕਿ ਅੱਤ ਦੀ ਗਰਮੀ ਦੇ ਵਿੱਚ ਮੈਂ ਆਪਣੀ ਇੱਕ ਸੀਟ ਤੇ ਬਿਠਾ ਸਕਦਾ ਹਾਂ। ਇਹ ਇਨਸਾਨੀਅਤ ਵਾਲਾ ਰਵੱਈਆ ਹੈ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਮਦਦ ਕਰਨ ਦੇ ਲਈ। ਅਸੀਂ 5 ਜਣੇ ਬਿਠਾ ਨਹੀਂ ਸਕਦੇ। ਉਹਨਾਂ ਦੀ ਸਮੱਸਿਆ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ, ਸਾਡੀ ਇਨਸਾਨੀਅਤ ਦੇ ਨਾਤੇ। ਫਿਰ ਸਵਾਲ ਪੈਦਾ ਹੁੰਦਾ ਹੈ ਕਿ 5 ਅਸੀਂ ਬਿਠਾ ਨਹੀਂ ਸਕਦੇ, 5 ਦੀ ਅਸੀਂ ਮਦਦ ਕਰ ਨਹੀਂ ਸਕਦੇ, ਸਾਡੀ ਮਜਬੂਰੀ ਹੈ। ਤਾਂ ਕਰਾਂਗੇ ਕੀ? ਅਸੀਂ ਚੋਣ ਕਰਾਂਗੇ ਆਪਣੇ ਉਸ ਪੱਖ ਤੋਂ, ਉਸ ਸੋਚ ਤੋਂ ਜਿਸ ਸੋਚ ਦੇ ਨਾਲ ਅਸੀਂ ਕੇਵਲ ਇੱਕ ਦੀ ਮਦਦ ਕਰ ਸਕਦੇ ਹਾਂ, ਪਰ ਉਹ ਇੱਕ ਦੀ ਜਿਹੜੀ ਮਦਦ ਅਸੀਂ ਕਰਨੀ ਹੈ ਉਹ ਸਭ ਤੋਂ ਵੱਧ ਲੋੜਵੰਦ ਨੂੰ ਚੁਣਨਾ ਪਵੇਗਾ। ਪਰ ਇਸ ਹਾਲਾਤ ਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਸੀਂ ਕਿਸੇ ਨੂੰ ਸੀਟ ਹੀ ਨਾ ਦਿਓ,
ਤੁਸੀਂ ਆਪਣੇ ਮਗਰ ਕਿਸੇ ਨੂੰ ਬਿਠਾਵੋ ਹੀ ਨਾ। ਇਹ ਗੱਲ ਜਾਂ ਤਾਂ ਬਹੁਤ ਵੱਡੀ ਮਜਬੂਰੀ ਹੋ ਸਕਦੀ ਹੈ ਕੋਈ ਤੁਹਾਡੀ, ਜਾਂ ਹਮਦਰਦੀ ਦੇ ਉਲਟ ਵਰਤਾਰਾ ਹੋ ਸਕਦਾ। ਸੀਟ ਮੁਟਿਆਰ ਨੂੰ ਦਿੱਤੀ ਜਾਏਗੀ। ਤੀਸਰਾ ਕਾਰਜ ਹੈ ਕਿ ਸੀਟ ਨੌਜਵਾਨ ਨੂੰ ਦੇਵੋਗੇ। ਚੌਥਾ ਹੈ ਕਿ ਸੀਟ ਵਿਆਹੀ ਔਰਤ ਨੂੰ ਦੇਵੋਗੇ। ਤੇ ਪੰਜਵਾਂ ਹੈ ਕਿ ਸੀਟ ਅਧਖੜ ਆਦਮੀ ਨੂੰ ਦੇਵੋਗੇ। ਤੇ ਅਗਲਾ ਹੈ ਕਿ ਸੀਟ ਗਰੀਬ ਬੁੱਢੀ ਤੀਵੀਂ ਨੂੰ ਦੇਵੋਗੇ। ਅਸੀਂ ਕਾਰਜ ਕਰਨ ਤੋਂ ਪਹਿਲਾਂ ਸੋਚਣਾ ਹੈ, ਵਿਚਾਰਨਾ ਹੈ, ਸਮਝਣਾ ਹੈ ਕਿ ਜੇ ਮਦਦ ਹੀ ਕਰਨੀ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਲੋੜਵੰਦ ਕੌਣ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਜੇਕਰ ਇਹਨਾਂ ਪੰਜਾਂ ਦੇ ਵਿੱਚੋਂ ਕਿਸੇ ਵੱਧ ਲੋੜਵੰਦ ਨੂੰ ਬਿਠਾਉਂਦੇ ਹਾਂ ਤਾਂ ਤਾਂ ਹੀ ਹਮਦਰਦੀ ਹੋਏਗੀ। ਹਮਦਰਦੀ ਸਾਡੀ ਤਾਂ ਵੀ ਜਾਗਦੀ ਹੈ ਜੇਕਰ ਅਸੀਂ ਇਹਨਾਂ ਪੰਜਾਂ ਚੋਂ ਕਿਸੇ ਇੱਕ ਦੀ ਵੀ ਮਦਦ ਕਰਦੇ ਹਾਂ। ਪਰੰਤੂ ਸਾਡੀ ਸਿਆਣਪ, ਸਾਡੀ ਸੋਚ, ਸਾਡੀ ਉਸਤਤ ਉਸ ਗੱਲ ਵਿੱਚ ਹੋਰ ਵਧੇਰੇ ਹੋਵੇਗੀ ਜਿਸ ਵਿੱਚ ਅਸੀਂ ਸਭ ਤੋਂ ਵੱਧ ਲੋੜਵੰਦ ਦੀ ਮਦਦ ਕਰਦੇ ਹਾਂ। ਆਓ ਕਾਰਜ ਕਰੀਏ। ਇਹਨਾਂ ਪੰਜਾਂ ਦੇ ਵਿੱਚੋਂ ਕਾਰਜ ਕੀ ਕਰੋਗੇ? ਸੀਟ ਬੁੱਢੀ ਤੀਵੀਂ ਨੂੰ ਦੇਵੋਗੇ। ਜੇ ਹਮਦਰਦੀ ਹੈ, ਇਨਸਾਨੀਅਤ ਹੈ, ਹਮਾਇਤ ਹੈ ਸਾਡੀ, ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਮਾਨਵੀ ਭਾਵਨਾ ਹੈ। ਕਿਉਂ? ਕਿਉਂਕਿ ਬਜ਼ੁਰਗ ਔਰਤ ਬਿਮਾਰ ਹੋ ਸਕਦੀ ਹੈ। ਬਜ਼ੁਰਗ ਔਰਤ ਦਾ ਕੋਈ ਆਸਰਾ ਨਹੀਂ ਹੋ ਸਕਦਾ, ਉਹ ਤੁਰ ਕੇ ਜਾ ਨਹੀਂ ਸਕਦੀ। ਇਸ ਕਰਕੇ ਬਜ਼ੁਰਗਾਂ ਦਾ ਸਤਿਕਾਰ ਸਾਡੇ ਮਨਾਂ ਵਿੱਚ ਵੀ ਜਾਗਣਾ ਚਾਹੀਦਾ ਹੈ। ਸਿੱਖਿਆ ਵਿਭਾਗ ਨੇ ਇਹ ਲੋੜ ਮਹਿਸੂਸ ਕੀਤੀ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਸਮਾਜ ਨੂੰ ਕੋਈ ਸੇਧ ਦੇਣੀ ਹੈ ਤਾਂ ਇਸ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਬਹੁਤ ਮਹੱਤਵ ਹੈ। ਇਹ ਜਿਸ ਹਮਦਰਦੀ ਤੇ ਹਮਾਇਤ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ। ਦੇਖਿਓ, ਇਸ ਹਮਦਰਦੀ ਦੇ ਨਾਲ ਅਸੀਂ ਉਹ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਉਹ ਸਕੂਨ ਪ੍ਰਾਪਤ ਕਰ ਸਕਦੇ ਹਾਂ, ਮਨ ਦੀ ਉਹ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਸਾਨੂੰ ਲੱਖਾਂ ਰੁਪਏ ਖਰਚ ਕੇ ਵੀ ਪ੍ਰਾਪਤ ਨਹੀਂ ਹੋ ਸਕਦੀ। ਇਸ ਧਰਤੀ ਦੇ ਬੰਦੇ ਨੇ ਪਦਾਰਥਕ ਤਰੱਕੀ ਤਾਂ ਬਹੁਤ ਕੀਤੀ ਹੈ, ਪੈਸਾ ਵੀ ਸ਼ਾਇਦ ਬਹੁਤ ਕਮਾਇਆ ਹੋਵੇਗਾ, ਪਰ ਆਪਣਾ ਸਕੂਨ ਗਵਾ ਲਿਆ। ਲੋੜ ਹੈ ਉਸ ਸਕੂਨ ਨੂੰ ਵਾਪਸ ਲਿਆਉਣ ਦੀ। ਆਓ ਰਲ ਕੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਵਿਹਾਰ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਕਦੇ ਹਮਦਰਦੀ ਵੀ ਰੱਖੀਏ। ਮੇਰਾ ਮਤਲਬ ਇਹ ਨਹੀਂ ਹੈ ਕਿ ਹਮਦਰਦੀ ਖਤਮ ਹੋ ਗਈ। ਸਾਡੇ ਸਮਾਜ 'ਚ ਹਮਦਰਦ ਲੋਕ ਬਹੁਤ ਨੇ, ਦੂਸਰਿਆਂ ਦੇ ਦਰਦ ਵੰਡਾਉਣ ਦੀ ਭਾਵਨਾ ਬਹੁਤ ਹੈ, ਪਰ ਲੋੜ ਹੈ ਸਾਰਿਆਂ ਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾਉਣ ਦੀ। ਸੋਚ ਕੇ ਦੇਖਿਓ, ਜਦ ਅਸੀਂ ਆਪਣੇ ਅੰਦਰ ਇਸ ਹਮਦਰਦੀ ਨੂੰ ਵਸਾਉਂਦੇ ਹਾਂ ਤਾਂ ਕਦੇ ਅਸੀਂ ਇਕੱਲਾ ਨਹੀਂ ਮਹਿਸੂਸ ਕਰਦੇ, ਕਿਉਂਕਿ ਜੋ ਹਮਦਰਦੀ, ਜੋ ਦੂਸਰਿਆਂ ਦਾ ਦੁੱਖ ਅਸੀਂ ਅੱਜ ਵੰਡਾਉਣਾ ਹੈ, ਹੋ ਸਕਦਾ ਹੈ ਦੂਸਰੇ ਵੀ ਸਾਡੇ ਦੁੱਖ ਦੇ ਵਿੱਚ ਸ਼ਾਮਿਲ ਹੋਣ ਤੇ ਉਹ ਦੁੱਖ ਸਾਨੂੰ ਦੁੱਖ ਲੱਗੇ ਨਾ। ਦੂਸਰੇ ਪਾਸੇ ਸਾਡੀ ਖੁਸ਼ੀ ਹੋਰ ਵੱਧ ਜਾਏ। ਇਸੇ ਕਰਕੇ ਅੱਜ ਇਸੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਇਹ ਹਮਦਰਦੀ ਤੇ ਹਮਾਇਤ ਨੂੰ ਕਿਤੇ ਛੋਟਾ ਨਾ ਜਾਣਿਓ। ਇਹ ਸੰਕਲਪ ਦੁਨੀਆ ਜਿੱਡਾ ਵਿਸ਼ਾਲ ਹੈ, ਜੀਵਨ ਜਿੱਡਾ ਵਿਸ਼ਾਲ ਹੈ। ਇਸ ਵਿੱਚ ਆਉਂਦਾ ਕੀ ਹੈ, ਆਓ ਦੇਖੀਏ, ਆਓ ਸੁਣੀਏ ਕਿ ਇਹ ਸੰਕਲਪ ਕਿੰਨਾ ਵੱਡਾ ਹੈ। ਨਿਰਸਵਾਰਥ ਹੋਣ ਦੀ ਭਾਵਨਾ, ਮੋਹ ਜਾਂ ਮੋਹ ਦੀ ਭਾਵਨਾ, ਇਨਸਾਨੀਅਤ, ਮਾਨਵਤਾ, ਇਹ ਇਨਸਾਨ ਦੀ ਇਨਸਾਨ ਦੇ ਨਾਤੇ ਕਦਰ ਦਾ ਨਾਂ ਹੈ। ਸਾਂਝੀਵਾਲਤਾ, ਪਰਉਪਕਾਰੀ ਬਿਰਤੀ, ਦੂਸਰਿਆਂ ਦਾ ਭਲਾ ਕਰਨਾ ਤੇ ਉਸਾਰੂ ਸੋਚ, ਸਕਾਰਾਤਮਕ ਸੋਚ, ਸਦਭਾਵਨਾ, ਨੇਕ ਨੀਅਤ, ਇਸ ਵਿੱਚ ਸਦਾਚਾਰਕ ਸੋਚ ਵੀ ਸ਼ਾਮਿਲ ਹੈ। ਸੇਵਾ ਭਾਵਨਾ,